ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੀ ਡਿੱਗਦੀ ਸਾਖ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਅੱਜ ਅਸੀਂ 3-4 ਜਿਹੜੇ ਹੈਗੇ ਵੱਡੇ ਮੁੱਦਿਆਂ ਤੇ ਗੱਲ ਕਰਾਂਗੇ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਮਨੁੱਖੀ ਅਧਿਕਾਰਾਂ ਤੋਂ ਕਰਾਂਗੇ। ਭਾਰਤ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਦਾ ਹੀ ਜਿਹੜੇ ਹੈਗੇ ਸਵਾਲ ਉੱਠਦੇ ਆ ਰਹੇ ਨੇ ਤੇ ਹੁਣ ਵੀ ਜਿਹੜਾ ਹੈਗਾ ਹਾਲ ਹੀ 'ਚ ਅਮਰੀਕਾ ਦੀ ਗੈਰ ਸਰਕਾਰੀ ਸੰਸਥਾ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ 'ਚ ਭਾਰਤ ਦੇ ਬਾਰੇ ਕਈ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ ਗਈਆਂ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਸੰਸਥਾ ਨੇ ਕੀ ਰਿਪੋਰਟ ਪੇਸ਼ ਕੀਤੀ ਹੈ, ਇਹ ਟਿੱਪਣੀਆਂ ਕਿਸ ਤਰ੍ਹਾਂ ਦੀਆਂ ਨੇ। ਅਸਲ ਦੇ ਵਿੱਚ ਇਹ ਸੰਸਥਾ ਫਰੀडम ਹਾਊਸ ਹੈ ਜਿਹੜੀ ਇਹ ਦੇਸ਼ਾਂ ਦਾ ਅੰਦਾਜ਼ਾ ਲਾਉਂਦੀ ਹੈ ਵੱਖ-ਵੱਖ ਦਾ ਕਿ ਉੱਥੇ ਡੈਮੋਕ੍ਰੇਸੀ ਜਮਹੂਰੀਅਤ ਦਾ ਹਾਲ ਕੀ ਹੈ, ਕੀ ਉਹ ਵੱਧ ਰਹੀ ਹੈ ਜਾਂ ਘਟ ਰਹੀ ਹੈ, ਜਿਹੜੇ ਵੀ ਮਾਮਲੇ ਅਲੱਗ-ਅਲੱਗ ਆਉਂਦੇ ਨੇ। ਇਸ ਵਾਰ ਦੀ ਰਿਪੋਰਟ ਜਿਹੜੀ ਉਹ ਕਾਫੀ ਭਾਰਤ ਲਈ ਨਮੋਸ਼ੀ ਭਰੀ ਹੈ। ਨਮੋਸ਼ੀ ਭਰੀ ਇਸ ਕਰਕੇ ਹੈ ਕਿ ਪਹਿਲੀ ਵਾਰ ਕਿਸੇ ਇਸ ਲੈਵਲ ਦੀ ਏਜੰਸੀ ਵੱਲੋਂ ਜਾਂ ਸੰਸਥਾ ਵੱਲੋਂ ਜਾਂ NGO ਵੱਲੋਂ ਭਾਰਤ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੱਥੇ ਆਜ਼ਾਦੀ ਪੂਰੀ ਨਹੀਂ ਹੈ, ਅਰਧ ਆਜ਼ਾਦ ਹੈ ਭਾਰਤ ਮੁਲਕ, ਮਤਲਬ ਪੂਰਾ ਆਜ਼ਾਦ ਨਹੀਂ ਹੈ। ਉਹਦੇ 'ਤੇ ਕਿੰਨੇ ਉਹ ਪੈਮਾਨੇ ਮਿੱਥਦੇ ਨੇ ਉਹਦੇ 'ਤੇ। ਹਾਲਾਂਕਿ ਗੌਰਮੈਂਟ ਨੇ ਕੋਈ ਬਹੁਤ ਜ਼ਿਆਦਾ ਰਿਐਕਟ ਵੀ ਨਹੀਂ ਕੀਤਾ ਉਸ ਪੱਧਰ ਦੇ ਉੱਤੇ, ਨਹੀਂ ਤਾਂ ਗੌਰਮੈਂਟ ਮਗਰ ਵੀ ਪੈ ਜਾਂਦੀ ਹੈ ਗੱਲ ਕੀ ਹੈ। ਔਰ ਉਹਦੇ 'ਚ ਸ਼ਹਿਰੀ ਆਜ਼ਾਦੀਆਂ ਦਾ ਸਵਾਲ ਵੀ ਹੁੰਦਾ, ਮਨੁੱਖੀ ਅਧਿਕਾਰਾਂ ਦਾ ਸਵਾਲ ਵੀ ਹੁੰਦਾ, ਸਿਆਸੀ ਤੌਰ ਦੇ ਵਿੱਚ ਵੀ ਲੋਕਾਂ ਦੀਆਂ ਜਿਹੜੇ ਕਿੰਨਾ ਕੁ ਉਹਨਾਂ ਨੂੰ ਫਰੀडम ਮਿਲਦੀ ਹੈ ਉਹਦਾ ਸਵਾਲ ਵੀ ਹੁੰਦਾ। ਉਹ ਸਾਰੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਇਕੱਠੇ ਕੀਤੇ ਗਈਆਂ ਗੱਲਾਂ ਨੇ। ਤੁਸੀਂ ਘੱਟ ਗਿਣਤੀਆਂ ਬਾਰੇ ਤੁਹਾਡੀ ਪਹੁੰਚ ਕੀ ਹੈ, ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਕਿੰਨੀ ਗੱਲ ਹੈ, ਉਹਨਾਂ ਦਾ ਫਰੀडम ਆਫ ਐਕਸਪ੍ਰੈਸ਼ਨ ਕਿੰਨਾ ਕੁ ਹੈ, ਕਿਹੋ ਜਿਹੇ ਕਾਨੂੰਨ ਬਣਾ ਰਹੇ ਹੋ, ਲੋਕਾਂ ਦੀ ਉਹਦੇ 'ਚ ਇਨਵੋਲਵਮੈਂਟ ਹੈ ਜਾਂ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਨੋਟਬੰਦੀ ਤੋਂ ਸ਼ੁਰੂ ਹੋ ਕੇ ਅੱਜ ਤੱਕ ਜਿਹੜੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਨੇ, ਤਾਂ ਜਾਂ ਪ੍ਰੈਸ ਦੀ ਫਰੀडम ਦਾ ਸਵਾਲ ਹੈ, ਪੱਤਰਕਾਰਾਂ ਨੂੰ ਕੰਮ ਕਰਨ ਦੇ ਲਈ ਕਿੰਨਾ ਕੁ ਆਜ਼ਾਦੀ ਹੈ, ਔਰ ਮੀਡੀਆ ਹਾਊਸਜ਼ ਕਿੰਨੇ ਕੁ ਫਰੀ ਨੇ ਆਪਣੇ ਢੰਗ ਨਾਲ ਕੰਮ ਕਰਨ ਤੋਂ। ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇਹ ਇਸ ਲੈਵਲ 'ਤੇ ਆ ਗਏ। ਇੱਕ ਸਮੇਂ ਤੱਕ ਕੁਝ ਧਿਰਾਂ ਇਹ ਕਹਿੰਦੀਆਂ ਰਹੀਆਂ ਨੇ ਹਮੇਸ਼ਾ ਕਿ ਭਾਰਤ 'ਚ ਅਸੀਂ ਆਜ਼ਾਦ ਨਹੀਂ, ਗੁਲਾਮ ਆ ਜੀ। ਔਰ ਗੁਲਾਮੀ ਕਿਹੜੇ ਕਰਕੇ ਹੈ? ਕਿਉਂਕਿ ਉਹ ਕਹਿੰਦੇ ਸਾਡੇ ਹੱਕਾਂ ਦਾ ਸਵਾਲ ਹੈ, ਸਾਡੇ ਰੋਜੀ ਰੋਟੀ ਦਾ ਸਵਾਲ ਹੈ, ਸਾਡੇ ਬੇਰੁਜ਼ਗਾਰੀ ਦਾ ਸਵਾਲ ਹੈ, ਜਾਂ ਜਿਸ ਲੈਵਲ ਦਾ ਕੰਮ ਪ੍ਰਸ਼ਾਸਨ ਕਰ ਰਿਹਾ ਉਹਦੇ ਖਿਲਾਫ ਗੁੱਸੇ 'ਚੋਂ, ਜਾਂ ਅਪਰੋਚ ਦੇ ਤੌਰ 'ਤੇ ਵੀ ਕਈਆਂ ਦਾ ਇਹ ਸਿਸਟਮ ਰਿਹਾ ਕਿ ਜਿਹੋ ਜਿਹੀ ਆਜ਼ਾਦੀ ਚਾਹੀਦੀ ਸੀ ਉਹੋ ਜਿਹੀ ਨਹੀਂ ਮਿਲੀ। ਪਰ ਇਹ ਤਾਂ ਸਾਰੇ ਉਹੋ ਜਿਹੇ ਇੱਕ ਫੋਰਮ ਹੈ ਜਿਹੜਾ ਪਹਿਲਾਂ ਮਿਲੀਆਂ ਆਜ਼ਾਦੀਆਂ ਦੇ ਆਧਾਰ ਦੇ ਉੱਤੇ ਹੀ ਗੱਲ ਕਰਦਾ ਜੀ। ਔਰ ਇਹ ਗੱਲ ਕਰਦੇ ਨਹੀਂ ਕਿ ਭਾਰਤ ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਮਤਲਬ ਹੈ ਕਿ ਇੰਨੀ ਵੱਡੀ ਆਬਾਦੀ ਵਾਲਾ ਦੇਸ਼ ਜਿੱਥੇ ਵੋਟਾਂ ਨਾਲ ਆਮ ਤੌਰ 'ਤੇ ਸਰਕਾਰ ਬਦਲ ਜਾਂਦੀ ਹੈ ਅਤੇ ਜਿੱਥੇ ਲੋਕਾਂ ਦੀ ਸੁਣਵਾਈ ਹੁੰਦੀ ਹੈ, ਜਿੱਥੇ ਪਾਰਲੀਮੈਂਟ, ਨਿਆਂਪਾਲਿਕਾ, ਕਾਰਜਪਾਲਿਕਾ ਦੇ ਵਿੱਚ ਤਾਕਤਾਂ ਦਾ ਸਮਤੋਲ ਹੈ, ਜਿੱਥੇ ਸੂਬਿਆਂ ਦੇ ਉੱਤੇ ਅਤੇ ਰਾਜਾਂ ਦੇ ਵਿੱਚ ਵੀ ਤਾਕਤਾਂ ਇਸ ਤਰੀਕੇ ਨਾਲ ਵੰਡੀਆਂ ਹੋਈਆਂ ਨੇ, ਜਿਸ ਸੰਵਿਧਾਨ ਦੇ ਵਿੱਚ ਬੁਨਿਆਦੀ ਹੱਕ ਦਿੱਤੇ ਹੋਏ ਨੇ, ਫੰਡਾਮੈਂਟਲ ਰਾਈਟਸ ਨੇ। ਪਰ ਹੁਣ ਜਿਹੜੇ ਤਰੀਕੇ ਨਾਲ ਚੱਲ ਰਿਹਾ, ਜਿੱਥੇ ਮਰਜ਼ੀ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਹੋ ਗਿਆ, ਜਿਹਨੂੰ ਮਰਜ਼ੀ ਫੜ ਕੇ ਸਾਲਾਂ ਤੱਕ ਜ਼ਮਾਨਤ ਨਹੀਂ ਹੋਈ, ਉਹ ਸਾਰੇ ਮਾਹੌਲ ਦੇ ਵਿੱਚੋਂ ਇੱਕ ਇਹ ਜਿਹੜੀ ਗੱਲ ਜੇ ਇੱਧਰ ਨੂੰ ਚੱਲਦੀ ਹੈ ਤਾਂ ਮੈਨੂੰ ਲੱਗਦਾ ਕਿ ਵੱਖ-ਵੱਖ ਕਿਸਾਨ ਅੰਦੋਲਨ ਦਾ ਵੀ ਉਹਦੇ 'ਚ ਰੋਲ ਹੈ ਅਤੇ ਸ਼ਾਹੀਨ ਬਾਗ ਦੇ ਅੰਦੋਲਨ ਦਾ ਵੀ ਉਹਦੇ 'ਚ ਰੋਲ ਸੀ, ਜਾਂ ਜਿਸ ਲੈਵਲ ਦੀਆਂ ਚੀਜ਼ਾਂ ਗੌਰਮੈਂਟਾਂ ਨੇ ਕੀਤੀਆਂ, ਸੂਬਾ ਅਤੇ ਸਟੇਟ ਗੌਰਮੈਂਟ ਜਿਸ ਲੈਵਲ ਦੇ ਕਾਨੂੰਨ ਬਣਾ ਰਹੀਆਂ ਨੇ। ਲਵ ਜਿਹਾਦ ਦੇ ਨਾਂ 'ਤੇ ਕਈਆਂ ਥਾਵਾਂ 'ਤੇ ਕਾਨੂੰਨ ਬਣੇ ਨੇ, ਘੱਟ ਗਿਣਤੀਆਂ ਦੇ ਨਾਂ 'ਤੇ ਕਈ ਜਗ੍ਹਾ ਕਈ ਰਾਜ ਕਾਨੂੰਨ ਬਣਾ ਰਹੇ ਨੇ BJP ਵਾਲੇ ਖਾਸ ਤੌਰ 'ਤੇ। ਤਾਂ ਉਦੋਂ ਤੋਂ ਲੈ ਕੇ ਇਹ ਚੀਜ਼ਾਂ ਮਤਲਬ ਤਕਨੀਕੀ ਔਰ ਕਾਨੂੰਨੀ ਪੱਖ ਤੋਂ ਵੀ ਇਹ ਦੇਖਿਆ ਜਾ ਰਿਹਾ ਕਿ ਆਜ਼ਾਦੀ ਸੁੰਗੜ ਰਹੀ ਹੈ ਜੀ। ਇਹ ਇੱਕ ਕਾਫੀ ਖਤਰਨਾਕ ਪਹਿਲੂ ਹੈ ਜਿੱਧਰ ਨੂੰ ਜਾ ਰਿਹਾ। ਇਹਦੇ 'ਤੇ ਗੰਭੀਰਤਾ ਨਾਲ ਭਾਰਤ ਦੀ ਸਰਕਾਰ ਨੂੰ ਵੀ ਔਰ ਬੁੱਧੀਜੀਵੀਆਂ ਨੂੰ ਵੀ, ਪ੍ਰਸ਼ਾਸਨ ਨੂੰ ਵੀ ਔਰ ਬਾਕੀ ਦੇ ਲੋਕਾਂ ਨੂੰ ਵੀ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਸਾਡੇ ਬਾਰੇ ਜੇ ਇਹ ਨਜ਼ਰੀਏ ਬਣਦੇ ਨੇ ਤਾਂ ਕਿਉਂ ਬਣਦੇ ਨੇ, ਇਹ ਨਜ਼ਰੀਏ ਨੂੰ ਤੋੜਨ ਦੇ ਲਈ ਕਿਵੇਂ ਅਸੀਂ ਆਪਣੀ ਸਹੀ ਅਰਥਾਂ ਦੇ ਵਿੱਚ ਜਮਹੂਰੀਅਤ ਦੀ ਬਹਾਲੀ ਅਤੇ ਆਜ਼ਾਦ ਦੇਸ਼ ਹੋਣ ਦੀ ਹੈਸੀਅਤ ਹੈ ਉਹਨੂੰ ਬਰਕਰਾਰ ਰੱਖਣਾ ਹੈ। ਇਹ ਕਾਫੀ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਜੀ। ਹਮੀਰ ਸਿੰਘ ਜੀ, ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਜਿਹਨੂੰ ਕਿ ਅੱਜ 5 ਦਿਨ ਪੂਰੇ ਹੋ ਚੁੱਕੇ ਨੇ ਅਤੇ ਇਸ ਬਜਟ ਸੈਸ਼ਨ ਦੇ ਵਿੱਚ ਸਾਰੇ ਰਾਜਸੀ ਆਗੂਆਂ ਵੱਲੋਂ ਕਿਸਾਨੀ ਨਾਲ ਜੁੜੇ ਮੁੱਦੇ ਚੁੱਕੇ ਜਾ ਰਹੇ ਨੇ, ਖੇਤੀ ਕਾਨੂੰਨ ਰੱਦ ਕਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤੇ ਅੱਜ ਮੁੱਖ ਮੰਤਰੀ ਨੇ ਵੀ ਜਿਹੜਾ ਹੈਗਾ ਉੱਥੇ ਬਜਟ ਸੈਸ਼ਨ ਦੇ ਵਿੱਚ ਕੁਝ ਬੋਲੇ। ਅਸੀਂ ਜਾਣਨਾ ਚਾਹਾਂਗੇ ਹੁਣ ਤੱਕ ਬਜਟ ਸੈਸ਼ਨ ਦੀ ਕਾਰਗੁਜ਼ਾਰੀ ਕੀ ਰਹੀ ਹੈ ਜਾਂ ਅੱਜ ਮੁੱਖ ਮੰਤਰੀ ਨੇ ਕੀ ਕਿਹਾ। ਅਸਲ 'ਚ ਜਿਹੜਾ ਰਾਜਪਾਲ ਦਾ ਭਾਸ਼ਣ ਹੈ ਉਹਦੇ 'ਤੇ ਪਹਿਲਾਂ ਚਰਚਾ ਹੋਈ ਅਤੇ ਮੁੱਖ ਮੰਤਰੀ ਨੇ ਨਾਰਮਲੀ ਜਵਾਬ ਦੇਣਾ ਹੁੰਦਾ ਅਤੇ ਮੁੱਖ ਮੰਤਰੀ ਨੇ ਜਵਾਬ ਦਿੱਤਾ। ਔਰ ਜਵਾਬ 'ਚ ਮੁੱਖ ਮੰਤਰੀ ਦਾ ਜਿਹੜਾ ਇਹ ਸੀਗਾ, ਅੱਜ ਪਹਿਲਾਂ ਵਿਰੋਧੀ ਧਿਰ ਨੇ ਕਾਫੀ ਮਤਲਬ
ਨਾਅਰੇਬਾਜ਼ੀ ਵੀ ਕੀਤੀ। ਨਾਅਰੇਬਾਜ਼ੀ 'ਚੋਂ ਅਕਾਲੀ ਵਿਧਾਇਕ ਜਿਹੜੇ ਨੇ ਸਸਪੈਂਡ ਵੀ ਕਰ ਦਿੱਤੇ ਸਪੀਕਰ ਨੇ ਕਿ ਸੁਣ ਨਹੀਂ ਦਿੰਦੇ। ਪਰ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਪਿਆ ਉਹ ਰੌਲਾ ਪਿਆ ਉਹੀ ਕਿਸਾਨੀ ਦੇ ਮੁੱਦੇ ਤੇ, ਕਿਉਂਕਿ ਮੁੱਖ ਮੰਤਰੀ ਨੂੰ ਸ਼ੁਰੂ ਤੋਂ ਕਾਂਗਰਸ ਨੂੰ ਇਹ ਲੱਗ ਰਿਹਾ ਕਿ ਕਿਸਾਨੀ ਅੰਦੋਲਨ ਦੇ ਕੰਧਾੜੇ ਚੜ੍ਹ ਕੇ ਅਸੀਂ ਮੁੜ ਕੇ ਹੁਣ ਸਰਕਾਰ ਬਣਾਉਣ ਦੀ ਸਥਿਤੀ 'ਚ ਆ ਸਕਦੇ ਹਾਂ, ਉਹਨਾਂ ਨੂੰ ਇਹ ਲੱਗ ਰਿਹਾ। ਇਸੇ ਕਰਕੇ ਉਹਨਾਂ ਨੇ ਪੁਰਾਣਾ ਇਹ ਪੜ੍ਹਨਾ ਜਦੋਂ ਸ਼ੁਰੂ ਕੀਤਾ ਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੀ ਇੱਕ ਚਿੱਠੀ ਸੀ ਜਿਹੜੇ ਕਾਨੂੰਨਾਂ ਨੂੰ ਡਿਫੈਂਡ ਕਰ ਰਹੇ ਸੀ। ਹਰਸਿਮਰਤ ਕੌਰ ਬਾਦਲ ਦਾ ਕੋਈ ਵੀ ਫੇਸਬੁੱਕ ਕਲਿੱਪ ਹੈ ਜਿਹਦੇ 'ਚ ਉਹ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ 'ਚ ਦਰਸਾ ਰਹੇ ਨੇ, ਉਹ ਸਾਰੇ ਦੇਣ ਦੀ ਕੋਸ਼ਿਸ਼ ਕੀਤੀ। ਅਤੇ ਮੁੜ ਕੇ ਫਿਰ ਸੁਭਾਵਿਕ ਹੈ ਕਿ ਅਕਾਲੀ ਦਲ ਨੇ ਵੀ ਉਦੋਂ ਉਲਟਾ ਜਿਹੜਾ ਉਹ ਕਰਨਾ ਸੀਗਾ ਕਿ ਤੁਸੀਂ ਕੀ ਕੀਤਾ, ਸੋਨੀਆ ਗਾਂਧੀ ਕਿੱਥੇ ਸੀ, ਰਾਹੁਲ ਗਾਂਧੀ ਕਿੱਥੇ ਸੀ ਪਾਰਲੀਮੈਂਟ 'ਚ ਜਦੋਂ ਤੁਸੀਂ, ਇਹ ਸਾਰਾ ਕੁਛ ਚੱਲਿਆ। ਪਰ ਸਭ ਤੋਂ ਗੰਭੀਰ ਸਵਾਲ ਇਹ ਹੈ ਕਿ ਜਿਹੜੇ ਵੱਡੇ ਸਵਾਲ ਸੀ, ਇਹ ਰਾਜਪਾਲ ਦਾ ਭਾਸ਼ਣ ਜਾਂ ਬਾਕੀ ਇਹ ਇਕੱਲੇ ਕੇਂਦਰ ਦਾ ਸਵਾਲ ਨਹੀਂ ਹੈ। ਜਿਹੜੇ ਵਾਅਦੇ ਕਰਕੇ ਪੰਜਾਬ ਦੀ ਗੌਰਮੈਂਟ ਸੱਤਾ 'ਚ ਆਈ ਸੀ ਉਹ ਵਾਅਦਿਆਂ ਦੀ ਹਕੀਕਤ ਕੀ ਹੈ, ਅਸਲ 'ਚ ਇਹਦੇ 'ਤੇ ਬਹਿਸ ਜਾਂ ਇਹਦੇ 'ਤੇ ਜਵਾਬ ਦਾ ਸਵਾਲ ਹੈ। ਜਿਵੇਂ ਮੁੱਖ ਮੰਤਰੀ ਨੇ ਸਭ ਤੋਂ ਬੜੀ ਗੱਲ ਮਤਲਬ ਪਹਿਲਾ ਪਹਿਲੂ ਇਹ ਲਿਆ ਕਿ ਨਸ਼ਿਆਂ ਦਾ ਮੁੱਦਾ ਸਾਡੇ 'ਚ ਹੀ। ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉੱਥੇ ਕਿਹਾ ਸੀ ਕਿ 4 ਹਫ਼ਤਿਆਂ 'ਚ ਅਸੀਂ ਜਿਹੜਾ ਨਸ਼ਾ ਹੈ ਪੰਜਾਬ ਦੇ ਵਿੱਚੋਂ ਉਹਦਾ ਲੱਕ ਤੋੜ ਦਾਂਗੇ ਜਾਂ ਉਹਨੂੰ ਖਤਮ ਕਰਨ ਦੇ ਵੱਲ ਉਹ ਕਰਾਂਗੇ। ਅਤੇ ਹੁਣ ਉਹਨਾਂ ਨੇ ਅੱਜ ਬੜੇ ਧੜੱਲੇ ਨਾਲ ਕਿਹਾ ਕਿ ਅਸੀਂ ਨਸ਼ਾ ਮਤਲਬ ਲਗਭਗ ਉਹਦਾ ਲੱਕ ਤੋੜਤਾ, ਬੜੇ ਸਮੇਂ ਤੋਂ ਨਹੀਂ ਉਹ ਹੋਇਆ। ਪਰ ਹਕੀਕਤ ਇਹ ਨਜ਼ਰ ਆਉਂਦੀ ਹੈ, ਜੇ ਮੈਂ ਇਹ ਕਹਾਂ ਕਿ ਲਗਭਗ 3 ਦਰਜਨ ਤੋਂ ਵੱਧ ਨੌਜਵਾਨ ਕੇਵਲ ਲਾਕਡਾਊਨ ਦੇ ਤੋਂ ਬਾਅਦ ਦੇ ਇਸ ਪੀਰੀਅਡ ਦੇ ਵਿੱਚ ਜਿਹੜੇ ਆਹ ਮਹੀਨੇ ਚੱਲੇ ਨੇ ਉਹ ਟੀਕੇ ਓਵਰਡੋਜ਼ ਦਾ ਟੀਕਾ ਲਾ ਕੇ ਮਰ ਗਏ ਨੇ। ਤਾਂ ਫਿਰ ਕਿਵੇਂ ਕਿਹਾ ਜਾਏ ਕਿ ਨਸ਼ੇ ਦਾ ਤੁਸੀਂ ਲੱਕ ਤੋੜਤਾ? ਲਾਕਡਾਊਨ 'ਚ ਤਾਂ ਮਿਲਣਾ ਵੀ ਔਖਾ ਹੈ, ਬਾਕੀ ਚੀਜ਼ਾਂ ਵੀ ਸੀ। ਜੇਕਰ 5 ਲੱਖ ਨੌਜਵਾਨ ਇਸ ਕਰੋਨਾ ਦੇ ਦੌਰ ਦੇ ਵਿੱਚ ਓਟ ਕੇਂਦਰਾਂ ਦੇ ਬਾਹਰ ਖੜ੍ਹ ਕੇ ਬੁਪਰੋਮੋਰਫਿਨ ਦੀ ਗੋਲੀ ਮੂੰਹ 'ਚ ਪਵਾਉਣ ਲਈ ਖੜ੍ਹਾ ਰੋਜ਼ ਖੜ੍ਹਦਾ ਹੈ ਪੰਜਾਬ ਦੇ ਵਿੱਚ ਇਸ ਸਮੇਂ, ਸਵੇਰੇ 7 ਵਜੇ ਤੋਂ ਲਾਈਨ 'ਚ ਲੱਗ ਜਾਂਦਾ ਸ਼ਾਮ 4 ਵਜੇ ਤੱਕ, ਅਤੇ ਜੇ ਨਸ਼ਾ ਮਤਲਬ ਦਾ ਲੱਕ ਟੁੱਟ ਗਿਆ ਤਾਂ ਫਿਰ ਇਹ ਕਿਉਂਕਿ ਉਧਰੋਂ ਨਸ਼ਾ ਥੋੜ੍ਹਾ ਜਿਹਾ ਲਾਕਡਾਊਨ ਨੇ ਅਸਰ ਪਾਇਆ ਅਤੇ ਬੰਦੇ ਆ ਕੇ ਉੱਥੇ ਖੜ੍ਹਨ ਲੱਗ ਗਏ, ਉਹਨਾਂ ਦਾ ਟਰੀਟਮੈਂਟ ਕਿੱਥੇ ਹੈ? ਅਤੇ ਅਗਲੀ ਗੱਲ ਇਹ ਹੈ ਕਿ ਜਿਹੜੀ ਟਾਸਕ ਫੋਰਸ ਤੁਸੀਂ ਬਣਾਈ ਸੀ, ਜਿਹੜੀ ਉਹਨੇ ਰਿਪੋਰਟ ਤਿਆਰ ਕੀਤੀ ਕਿ ਕਿਹੜੇ ਸਿਆਸਤਦਾਨਾਂ ਦਾ ਇਹਦੇ 'ਚ ਸ਼ਮੂਲੀਅਤ ਹੈ ਨਸ਼ਾ ਵਿਕਾਉਣ ਦੇ ਵਿੱਚ, ਕਿਹੜੇ ਪੁਲਿਸ ਅਤੇ ਹੋਰ ਅਫਸਰਾਂ ਦੀ ਇਹਦੇ 'ਚ ਸ਼ਮੂਲੀਅਤ ਹੈ, ਉਹ ਰਿਪੋਰਟ ਬੰਦ ਕਿਉਂ ਪਈ ਹੈ? ਉਹ ਰਿਪੋਰਟ ਜਗ ਜ਼ਾਹਰ ਕਿਉਂ ਨਹੀਂ ਹੈ? ਅਤੇ ਅਗਲੀ ਗੱਲ, ਜੇ ਉਹ ਰਿਪੋਰਟ ਤੁਹਾਡੇ ਕੋਲ ਆਈ ਹੈ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਅਤੇ ਬੰਦ ਪਈ ਹੈ, ਅਤੇ ਉਦੋਂ ਬਾਅਦ ਕਿਹੜੀ ਵੱਡੀ ਮੱਛੀ ਜਿਹਨੂੰ ਤੁਸੀਂ ਕਿਹਾ ਸੀ ਕਿ ਅਸੀਂ ਫੜ ਕੇ ਜਿਹੜੇ ਬੰਦਿਆਂ ਦਾ ਨਾਂ ਲੈਂਦੇ ਸੀ ਕਿ ਇਹਨਾਂ ਨੂੰ ਚੱਕ ਕੇ ਅੰਦਰ ਕਰ ਦਾਂਗੇ, ਅਤੇ ਉਹ ਕਿੱਥੇ ਨੇ ਅਤੇ ਅੰਦਰ ਕਿਉਂ ਨਹੀਂ ਹੋਏ? ਜਾਂ ਤੁਸੀਂ ਝੂਠਾ ਕਹਿ ਰਹੇ ਸੀ? ਜੇ ਤੁਸੀਂ ਸੱਚ ਕਹਿ ਰਹੇ ਸੀ ਤਾਂ ਫਿਰ ਜਿਹੜੇ ਉਹ ਤੱਥ ਤੁਹਾਡੇ ਸਾਹਮਣੇ ਆਏ ਅਤੇ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਜੇਲ੍ਹਾਂ 'ਚ ਕਿਉਂ ਨਹੀਂ ਹੈ? ਇਹਦਾ ਜਵਾਬ ਕਲੀਅਰ ਕੱਟ ਚੀਫ ਮਿਨਿਸਟਰ ਨੇ ਨਹੀਂ ਦਿੱਤਾ, ਅਤੇ ਨਾ ਹੀ ਜਵਾਬ ਉਸ ਟਾਈਪ ਦਾ ਮੈਨੂੰ ਲੱਗਦਾ ਵਿਰੋਧੀ ਧਿਰ ਨੇ ਮੰਗਿਆ, ਕਿਸੇ ਮੈਨੂੰ ਮੰਗਦੇ ਵੀ ਨਜ਼ਰ ਨਹੀਂ ਆਏ ਉਸ ਤਰੀਕੇ ਦੇ ਨਾਲ। ਅਤੇ ਇਸੇ ਤਰ੍ਹਾਂ ਘਰ ਘਰ ਨੌਕਰੀ ਦਾ ਸਵਾਲ ਸੀਗਾ। ਘਰ ਘਰ ਨੌਕਰੀ 'ਚੋਂ ਤੁਸੀਂ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਕਿਵੇਂ ਦਿੱਤਾ ਅਤੇ ਬੰਦੇ ਕਿੱਥੇ ਗਏ ਨੇ, ਉਹ ਕਿੱਥੇ ਨੌਕਰੀ ਦਿੱਤੀ ਹੈ, ਉਹਦਾ ਇੱਕ ਲੇਖਾ ਜੋਖਾ ਦੇਣਾ ਸੀ। ਉਹ ਵੀ ਕੋਈ ਉਸ ਲੈਵਲ 'ਤੇ ਨਹੀਂ ਹੈ। ਅਤੇ ਫਿਰ ਸਮੁੱਚੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਸੀ। ਸਮੁੱਚੇ ਮਜ਼ਦੂਰਾਂ ਦਾ ਵਿਧਾਨ ਸਭਾ ਦੀ ਇੱਕ ਕਮੇਟੀ ਦਾ ਸਵਾਲ ਸੀ ਕਿ ਖੁਦਕੁਸ਼ੀਆਂ ਕਿਵੇਂ ਰੋਕਣੀਆਂ ਨੇ। ਖੁਦਕੁਸ਼ੀਆਂ ਦਾ ਦੌਰ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧਿਆ ਉਹਦੇ ਮੁਕਾਬਲੇ ਵੀ, ਅਤੇ ਉਹਦੇ 'ਤੇ ਤੁਹਾਡਾ ਕਹਿਣਾ ਕੀ ਹੈ? ਇਹ ਸਾਰੇ ਸਵਾਲ ਜਿਹੜੇ ਸਾਡੇ ਸਾਹਮਣੇ ਨੇ। ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਵਾਲਾ ਉਹ ਵਿੱਚ ਫਿਰਦਾ ਹੈ ਜੇ ਉਸੇ ਤਰੀਕੇ ਦੇ ਨਾਲ। ਔਰ ਇਸੇ ਤਰ੍ਹਾਂ ਕੁੜੀਆਂ ਦੀ ਪੜ੍ਹਾਈ ਦੇ ਸਵਾਲ ਨੇ ਜਾਂ ਬਾਕੀ ਦੇ ਲੋਕਾਂ ਦੇ ਜਿਹੜੇ ਹੋਰ ਜ਼ਿੰਦਗੀ ਨਾਲ ਜੁੜੇ ਸਵਾਲ ਨੇ, ਉਹ ਸਾਰੇ ਸਵਾਲ ਸੀਰੀਅਸਲੀ ਡਿਬੇਟ ਦੇ ਵਿੱਚ ਜੇਕਰ ਆਉਂਦੇ, ਠੀਕ ਹੈ, ਜਿੰਨਾ ਕੁ ਟਾਈਮ ਮਿਲਦਾ ਇਕੱਲਾ ਰੌਲੇ ਰੱਪੇ 'ਚ ਲੰਘ ਜਾਂਦਾ। ਅਤੇ ਮੈਨੂੰ ਲੱਗਦਾ ਵਿਰੋਧੀ ਧਿਰ ਵੀ ਧਿਆਨ ਨਾਲ ਸੁਣ ਕੇ ਉੱਤੇ ਉਹਨਾਂ 'ਤੇ ਸਵਾਲ ਕਰਦੀ ਤੱਥਾਂ ਦੇ ਆਧਾਰ 'ਤੇ ਕਿ ਆਹ ਚੀਜ਼ਾਂ ਤੁਸੀਂ ਨਹੀਂ ਠੀਕ ਕਹਿੰਦੇ, ਜ਼ਿਆਦਾ ਚੰਗਾ ਹੁੰਦਾ। ਪਰ ਸਰਕਾਰ ਨੂੰ ਵੀ ਇਮਾਨਦਾਰੀ ਨਾਲ ਜੇਕਰ ਸਾਰੇ ਜਵਾਬ ਦੇਣੇ ਪੈਣ ਤਾਂ ਸ਼ਾਇਦ ਹਜੇ ਬਜਟ ਦਾ ਟਾਈਮ ਰਹਿੰਦਾ, ਬਜਟ ਦੇ ਪੇਸ਼ ਹੋਣ ਤੋਂ ਬਾਅਦ ਵੀ ਕਈ ਸਵਾਲ ਆਉਣਗੇ ਇਹੋ ਜਿਹੇ, ਅਤੇ ਜਦੋਂ ਉਹ ਲੋਕਾਂ ਦੇ ਸਾਹਮਣੇ ਹਕੀਕਤ ਆਏਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਹਾਂ ਕੀ ਹਕੀਕਤ ਹੈ ਅਤੇ ਕੀ ਗੁੰਮਰਾਹਕੁੰਨ ਪ੍ਰਚਾਰ ਹੋ ਰਿਹਾ ਜੀ। ਹਮੀਰ ਸਿੰਘ ਜੀ, ਅੱਗੇ ਕਣਕ ਦਾ ਸੀਜ਼ਨ ਆ ਰਿਹਾ ਅਤੇ ਸਰਕਾਰ ਕਹਿ ਰਹੀ ਹੈ ਵੀ ਕਿ ਅਸੀਂ ਫਸਲਾਂ ਦੀ ਅਦਾਇਗੀ ਜਿਹੜੀ ਹੈਗੀ ਉਹ ਸਿੱਧੀ ਕਰਾਂਗੇ। ਅਸੀਂ ਜਾਣਨਾ ਚਾਹਾਂਗੇ ਸਿੱਧੀ ਅਦਾਇਗੀ ਕਿੰਨੀ ਕਾਰਗਰ ਸਾਬਿਤ ਹੋਏਗੀ ਹੈ? ਇਹ ਪ੍ਰਣਾਲੀ ਸਿਰੇ ਚੜ੍ਹ ਸਕੇਗੀ? ਇਹ ਵੱਡੀ ਦੇਰ ਦਾ ਲੰਮੇ ਸਮੇਂ ਤੋਂ ਇੱਕ ਮਸਲਾ ਹੈ ਕਿ ਆੜਤੀ ਸਿਸਟਮ ਦਾ ਕਿਸਾਨੀ ਦੇ ਵਿੱਚ ਕੀ ਰੋਲ ਹੋਵੇ। ਆੜਤ ਉਹਨਾਂ ਨੂੰ 2.5% ਆੜਤ ਮਿਲਦੀ ਹੈ। ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕੀ ਕੀਤਾ ਕਿ
ਕੋਈ 2-3 ਸਾਲਾਂ ਤੋਂ ਆੜਤੀ ਦਾ ਕਮਿਸ਼ਨ 2.5% ਉਹ ਕਹਿੰਦੇ ਅਲੱਗ ਤੋਂ ਦੇਾਂਗੇ, ਉਹ ਕਈ ਵਾਰ ਦਿੱਤਾ ਨਹੀਂ ਜਾਂਦਾ। ਆੜਤੀ ਐਸੋਸੀਏਸ਼ਨਾਂ ਵੀ ਆਪਣੇ ਪੱਧਰ ਤੇ ਉਹਦੇ ਤੇ ਵਿਰੋਧ ਕਰਦੀਆਂ ਰਹੀਆਂ ਨੇ। ਪਰ ਇੱਕ ਤਰੀਕਾ ਸੀਗਾ ਕਿ ਪੰਜਾਬ ਦੀ ਗੌਰਮੈਂਟ ਨੇ ਵੀ ਇੱਕ ਸਟੱਡੀ ਕਰਾਈ ਹੈ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਤਰਫ ਤੋਂ, ਤੇ ਉਹ ਵੀ ਸਟੱਡੀਜ਼ ਕਰਾਈਆਂ ਨੇ ਕਿ ਆੜਤੀਆ ਸਿਸਟਮ ਤੇ ਕਿਸਾਨਾਂ ਦਾ ਤਾਲਮੇਲ ਦਾ ਸਵਾਲ। ਉਹਦੇ 'ਚ ਇਹ ਸੀਗਾ ਕਿ ਕਿਸਾਨ ਵੀ ਆੜਤੀਏ ਵੱਲੋਂ ਵੀ ਸ਼ੋਸ਼ਿਤ ਹੁੰਦੇ ਨੇ ਬੜੀ ਵਾਰ ਜਦੋਂ ਪੈਸਾ ਉਹਨਾਂ ਦੇ ਰਾਹੀਂ ਜਾਂਦਾ ਜਮ੍ਹਾਂ ਕੀ। ਉਹਦੇ 'ਚ ਇਹ ਸੀ ਕਿ ਆੜਤੀ 2 ਤਰ੍ਹਾਂ ਦੇ ਕੰਮ ਕਰਦਾ ਹੈ। ਇੱਕ ਕੰਮ ਤਾਂ ਕਰਦਾ ਕਿ ਉਹ ਫਸਲਾਂ ਦੇ ਵੇਚਣ ਤੇ ਖਰੀਦਣ ਦੇ ਵਿੱਚ ਮਦਦ, ਦੂਜਾ ਕੰਮ ਉਹ ਕਰਦਾ ਕਿ ਫਾਈਨਾਂਸਰ ਦੇ ਤੌਰ ਤੇ। ਤੇ ਉਹਦੇ 'ਚ ਇਹ ਸੀ ਕਿ ਆੜਤੀ ਨੂੰ ਜਿਹੜੀ ਉਹ ਸਟੱਡੀ ਸੀ ਕਿ ਜੇ ਉਹਨੇ ਫਾਈਨਾਂਸਰ ਬਣਨਾ ਤਾਂ ਫਾਈਨਾਂਸਰ ਦੇ ਤੌਰ ਤੇ ਅਲੱਗ ਤੋਂ ਰਜਿਸਟਰਡ ਹੋਣਾ ਚਾਹੀਦਾ ਜੀ, ਮਤਲਬ ਉਹਦਾ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਫਿਰ ਉਹਦੇ ਤੇ ਵਿਆਜ ਦੀ ਦਰ, ਬਾਕੀ ਸਾਰੀਆਂ ਚੀਜ਼ਾਂ ਹੋਣਗੀਆਂ, ਜਿਹਨੂੰ ਸਰ ਛੋਟੂ ਰਾਮ ਦੇ ਐਕਟ ਨਾਲ ਜੋੜਿਆ ਜਾਂਦਾ ਸੀ, ਜਿਹਨੂੰ ਬਾਦਲ ਹੋਣੀ ਜਾਂਦੇ ਜਾਂਦੇ ਇੱਕ ਮਤਲਬ ਐਕਟ ਬਣਾ ਗਏ ਸੀ। ਉਹਦੇ ਆਧਾਰ ਤੇ ਕੁਝ ਬੋਰਡ ਦੇ ਬੰਦੇ ਬਣਾਉਣੇ ਸੀ, ਉਹ ਵੀ ਉਹ ਠੰਡੇ ਬਸਤੇ 'ਚ ਪਿਆ। ਤੇ ਹੁਣ ਅਮਰਿੰਦਰ ਸਰਕਾਰ ਵੀ ਆ ਗਈ, ਉਦੋਂ ਤੋਂ ਲੈ ਕੇ ਉਹਦੇ ਤੇ ਕੋਈ ਅਮਲ ਉਸ ਲੈਵਲ ਤੇ ਨਹੀਂ ਹੋ ਰਿਹਾ, ਜਿਹਦੇ ਨਾਲ ਇਹ ਸੋਚਣਾ ਸੀ ਕਿ ਜਿਹੜੇ ਕਰਜ਼ੇ ਦੇ ਮਾਮਲੇ ਕਿਵੇਂ ਹੱਲ ਹੋਣ। ਪਰ ਗੌਰਮੈਂਟ ਆਫ ਇੰਡੀਆ ਜਿਹੜਾ ਬਾਂਹ ਮਰੋੜ ਕੇ ਟਰਾਈ ਕਰ ਰਹੀ ਹੈ, ਔਰ ਸਟੇਟ ਗੌਰਮੈਂਟ ਨੂੰ ਇਹ ਚਾਹੀਦਾ ਆਪਣੇ ਪੱਧਰ ਤੇ, ਕਿਉਂਕਿ FCI ਦੇ ਬਿਹਾਫ ਤੇ ਵੀ ਬਹੁਤੀਆਂ ਜਿਹੜੀ ਖਰੀਦ ਹੈ ਵੱਡੀ ਉਹ ਸਟੇਟ ਦੀਆਂ ਏਜੰਸੀਆਂ ਹੀ ਕਰਦੀਆਂ, ਤੇ ਸਟੇਟ ਦੀਆਂ ਏਜੰਸੀਆਂ ਕੋਲ ਸਾਰੇ ਕਿਸਾਨਾਂ ਦੇ ਖਾਤੇ ਹੈਗੇ ਨੇ, ਸਾਰੀਆਂ ਚੀਜ਼ਾਂ ਨੇ। ਤੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਵੀ ਕੇਸ ਸੀ ਕਿ ਆਪਸ਼ਨ ਪੁੱਛੀ ਗਈ ਸੀ ਕਿ ਜਿਹੜੇ ਕਿਸਾਨ ਆਪਸ਼ਨਲ ਲੈਣਾ ਚਾਹੁੰਦੇ ਨੇ ਕਿ ਜੀ ਸਾਨੂੰ ਡਾਇਰੈਕਟ ਖਾਤੇ 'ਚ ਪਾਇਆ ਜਾਂ ਡਾਇਰੈਕਟ ਪਾ ਦਿਓ, ਜਿਹੜੇ ਆੜਤੀ ਦੇ ਰਾਹੀਂ ਚੈੱਕ ਲੈਣਾ ਚਾਹੁੰਦੇ ਨੇ ਚੈੱਕ। ਪਰ ਜਿਹੜਾ ਗਰੀਬ ਆਦਮੀ ਆ ਉਹ ਆੜਤੀ ਦੇ ਵੀ ਖਿਲਾਫ ਨਹੀਂ ਜਾ ਸਕਦਾ, ਉਹ ਸਰਕਾਰਾਂ ਦੇ ਵੀ ਉਸ ਲੈਵਲ ਤੇ ਨਹੀਂ ਆਉਂਦਾ, ਉਹਦੇ ਲਈ ਤਾਂ ਕੋਈ ਰੋਲ ਬਣਾਉਣਾ ਹੀ ਪੈਂਦਾ। ਇਹ ਪੰਜਾਬ ਦੀ ਸਰਕਾਰ ਨੂੰ ਆਪਣੇ ਪੱਧਰ ਤੇ ਸੋਚਣਾ ਚਾਹੀਦਾ। ਉਹ ਕਹਿੰਦੇ ਵੀ FCI ਨੂੰ ਜਾਂ ਬਾਕੀ ਨੂੰ ਕਿਉਂ ਦੇਈਏ, ਅਸੀਂ ਲਿਮਟ ਲੈਂਦੇ ਹਾਂ, ਸਾਨੂੰ ਲਿਮਟ ਦਿੰਦੇ ਹੋ ਤੁਸੀਂ। ਲਿਮਟ ਦਾ ਟੋਟਲ ਜ਼ਿੰਮੇਵਾਰੀ ਸੂਬੇ ਦੀ ਸਰਕਾਰ ਦੀ ਹੁੰਦੀ ਹੈ, ਤਾਂ ਸੂਬੇ ਦੀ ਸਰਕਾਰ ਡਾਇਰੈਕਟ ਪੇਮੈਂਟ ਦਾ ਜਿਹੜਾ ਇਸ਼ੂ ਆਪਣੇ ਕੋਲ ਲਵੇ, ਇਹਦੀ ਬਜਾਏ ਕਿ ਕੇਂਦਰ ਸਰਕਾਰ ਸਾਰੇ ਖਾਤੇ ਮੰਗ ਕੇ ਆਪਣੇ ਕੋਲ ਲਿਜਾਵੇ। ਕੇਂਦਰ ਸਰਕਾਰ ਦੀ ਨੇਚਰ ਸੈਂਟਰਲਾਈਜੇਸ਼ਨ ਦੀ ਹੈ, ਉਹ ਸੈਂਟਰਲਾਈਜੇਸ਼ਨ ਕਰਕੇ ਸਾਰਿਆਂ ਦਾ ਸਾਰਾ ਡਾਟਾਬੇਸ ਤੇ ਸਾਰਾ ਕੁਝ ਹੀ ਆਪਣੇ ਕੋਲ ਹਥਿਆਰ ਲੈਣਾ ਚਾਹੁੰਦੀ ਹੈ। ਇਹਦੀ ਬਜਾਏ ਇਹਦੇ 'ਚ ਇਹ ਟੈਕਨੀਕਲ ਮੁੱਦਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਆਪਣੇ ਪੱਧਰ ਤੇ ਫੈਸਲਾ ਲੈਣਾ ਚਾਹੀਦਾ ਉਸ ਸਿੱਧੀ ਪੇਮੈਂਟ ਦੇ ਜਿਹੜੇ ਇਸ਼ੂ ਦੇ ਉੱਤੇ, ਕੇਂਦਰ ਸਰਕਾਰ ਦੇ ਦਖਲ ਤੋਂ ਬਚਣਾ ਚਾਹੀਦਾ ਉਸ ਪੱਧਰ ਦੇ ਉੱਤੇ ਜੀ। ਹਮੀਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਿਸਾਨੀ ਘੋਲ ਦੀ, ਕਿਉਂਕਿ ਕਿਸਾਨਾਂ ਨੂੰ ਦਿੱਲੀ ਦੀ ਬਰੂਹਾਂ ਤੇ ਬੈਠਣ ਨੂੰ ਜਿਹੜਾ 100 ਦਿਨ ਪੂਰੇ ਹੋਣ ਜਾ ਰਹੇ ਨੇ, ਤੇ ਕਿਸਾਨਾਂ ਦੀ ਮੰਗ ਹੈ 3 ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ MSP ਦੀ ਗਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ। ਪਰ ਸਰਕਾਰ ਮੰਨਣ ਨੂੰ ਤਿਆਰ ਨਹੀਂ, ਜਿਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਅਸੀਂ ਤੁਹਾਡੇ ਨਾਲ ਜਾਣਨਾ ਚਾਹਾਂਗੇ ਵੀ ਕਿ ਇਹ ਕਿਸਾਨ ਸੰਘਰਸ਼ ਹੁਣ ਕਿੱਥੇ ਪਹੁੰਚ ਚੁੱਕਿਆ, ਜਾਂ ਕਿਸਾਨਾਂ ਵੱਲੋਂ ਜਿਹੜੀ ਅੱਗੇ 6 ਮਾਰਚ ਦੀ 8 ਮਾਰਚ ਦੀ ਰਣਨੀਤੀ ਐਲਾਨੀ ਗਈ ਹੈ ਉਹ ਕੀ ਹੈ? ਔਰ ਇਹ ਹੈ ਕਿਸਾਨਾਂ ਨੇ ਜਿਹੜਾ 100 ਦਿਨ ਤਾਂ ਦਿੱਲੀ ਹੋ ਗਿਆ, ਉਦੋਂ ਪਹਿਲਾਂ ਤੋਂ ਵੀ ਅੰਦੋਲਨ ਚੱਲ ਰਿਹਾ। ਪਰ ਇਹ 100 ਦਿਨ ਦੇ ਵਿੱਚ 26 ਜਨਵਰੀ ਦਾ ਇੱਕ ਐਸਾ ਘਟਨਾਕ੍ਰਮ ਵੀ ਆਇਆ ਜਦੋਂ ਅੰਦੋਲਨ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਆਈ, ਪਰ ਮੁੜ ਕੇ ਅੰਦੋਲਨ ਉਸੇ ਦਿਸ਼ਾ ਦੇ ਵਿੱਚ ਹੈ, ਬਲਕਿ ਲੰਮਾ ਵੱਧ ਰਿਹਾ ਹੈ। ਇਹ 100 ਦਿਨ ਤੇ ਕਿਸਾਨ ਆਪਣੇ ਅੰਦੋਲਨ ਦੀ ਤਾਕਤ ਦਿਖਾਉਣ ਦੀ ਪੋਜੀਸ਼ਨ ਦੇ ਵਿੱਚ ਨੇ। ਇਸੇ ਕਰਕੇ ਉਹਨਾਂ ਨੇ ਕੱਲ੍ਹ ਨੂੰ 6 ਤਰੀਕ ਨੂੰ ਇਹ ਕਿਹਾ ਕਿ ਅਸੀਂ ਜਿਹੜੀ KMP ਰੋਡ ਹੈ ਉਹ ਟੋਟਲ ਜਾਮ ਕਰਾਂਗੇ 11 ਵਜੇ ਤੋਂ ਲੈ ਕੇ 4 ਵਜੇ ਤੱਕ, ਤੇ ਉਹ ਜਾਮ ਕਰਕੇ ਦੱਸਾਂਗੇ ਸਾਡੇ ਅੰਦੋਲਨ ਦੀ ਤਾਕਤ ਕੀ ਹੈ। ਦੂਜੀ ਗੱਲ ਇਹ ਹੈ ਕਿ ਇਸ ਅੰਦੋਲਨ ਦੀ ਤਾਕਤ ਸਭ ਨੂੰ ਦਿਖਾਈ ਦੇ ਰਹੀ ਹੈ ਗੌਰਮੈਂਟਾਂ ਦੇ ਪੱਧਰ ਤੇ, ਕਿ ਅੰਦੋਲਨ ਫੈਲ ਰਿਹਾ ਵੱਡੇ ਪੱਧਰ ਦੇ ਉੱਤੇ, ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਜਿਹੜੀਆਂ ਕਿਸਾਨ ਪੰਚਾਇਤਾਂ ਹੋ ਰਹੀਆਂ ਨੇ। ਈਵਨ ਕਰਨਾਟਕਾ ਦੇ ਵਿੱਚ ਬਹੁਤ ਵੱਡਾ ਜਿਹੜੇ ਇਕੱਠ ਹੋ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ। ਪੱਛਮੀ ਬੰਗਾਲ ਦੇ ਵਿੱਚ ਪੰਜਾਬ ਦੇ ਆਗੂਆਂ ਨੂੰ ਸੱਦਿਆ ਗਿਆ ਤੇ ਕੱਲ੍ਹ ਪਹਿਲੀ ਮਹਾਪੰਚਾਇਤ ਹੋਈ ਹੈ। ਇਸ ਤੋਂ ਬਾਅਦ ਕਿਸਾਨ ਆਪਣੇ ਆਪ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ 5 ਰਾਜਾਂ 'ਚ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਜਾ ਰਹੇ ਨੇ ਆਪਣੀ ਗੱਲ ਕਹਿਣ ਦੇ ਲਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਅੱਜ ਵੀ ਕਿਸਾਨਾਂ ਦਾ ਇੱਕ ਬੜਾ ਜਥਾ ਮਾਝੇ ਦੀ ਧਰਤੀ ਤੋਂ ਉੱਧਰ ਅੰਮ੍ਰਿਤਸਰ ਸਾਈਡ ਦੇ ਉੱਤੋਂ ਟਰਾਲੀਆਂ ਦੇ ਨਾਲ ਤੇ ਨਵਾਂ ਗਰਮੀ ਦਾ ਬੰਦੋਬਸਤ ਕਰਕੇ ਪੱਖੇ ਤੇ ਕੂਲਰਾਂ ਨਾਲ ਭਰੀਆਂ ਟਰਾਲੀਆਂ ਦੇ ਰੂਪ ਦੇ ਵਿੱਚ ਦਿੱਲੀ ਨੂੰ ਰਵਾਨਾ ਹੋਇਆ, ਜਿਹੜਾ ਵੱਡੇ ਪੱਧਰ ਦੇ ਉੱਤੇ। ਔਰ ਕਿਸਾਨਾਂ ਨੇ ਇਹ ਫੈਸਲਾ ਕਰ ਲਿਆ ਹੋਇਆ ਲੱਗਦਾ ਜਿਸ ਲੈਵਲ ਦੀਆਂ ਉੱਥੇ ਤਿਆਰੀਆਂ ਚੱਲ ਰਹੀਆਂ ਨੇ ਬਾਰਡਰਾਂ ਦੇ ਉੱਤੇ, ਕਿ ਕਿਵੇਂ ਹੁਣ ਸਰਦੀ ਵਾਲਾ ਸਾਰਾ ਕੁਝ ਹਟਾ ਕੇ ਗਰਮੀ ਵਾਲਾ ਸਿਰਜ ਦਿੱਤਾ ਜਾਵੇ। ਤੇ ਉਹ ਜਿਹੜਾ ਸਾਰਾ ਇੱਕ ਡਿਟਰਮੀਨੇਸ਼ਨ ਹੈ, ਪ੍ਰਤੀਬੱਧਤਾ ਹੈ। ਇੱਕੇ ਅੰਦੋਲਨ ਨੇ ਆਪਣਾ ਇਤਿਹਾਸ ਪਹਿਲੇ ਸਿਰਜਿਆ ਦੁਨੀਆ ਦੇ ਵਿੱਚ ਕਿ ਐਡੇ ਵੱਡੀ ਤਾਦਾਦ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਂਤਮਈ ਤਰੀਕੇ ਦਾ ਇੰਨਾ ਲੰਮਾ ਅੰਦੋਲਨ ਜਿਹੜਾ ਹੈ ਉਹ ਪਹਿਲੀ ਵਾਰ ਦੁਨੀਆ ਦੇ ਵਿੱਚ ਹੋ ਰਿਹਾ। ਦੁਨੀਆ ਇਹਨੂੰ ਸਭ ਦੇਖ ਰਹੀ ਹੈ। ਦੂਜੀ ਗੱਲ, ਕੱਲ੍ਹ ਤੋਂ ਬਾਅਦ
ਸ਼ਾਹੀਨ ਬਾਗ ਦਾ ਇਦੋਂ ਪਹਿਲਾਂ ਅੰਦੋਲਨ 101 ਦਿਨ ਚੱਲਿਆ ਸੀ, 101ਵੇਂ ਦਿਨ ਉਠਾ ਦਿੱਤਾ ਗਿਆ ਸੀ ਕਰੋਨਾ ਦੇ ਕਰਕੇ। 2 ਦਿਨਾਂ ਬਾਅਦ ਉਹ ਟਰਮ ਵੀ ਪਾਸ ਕਰ ਜਾਏਗਾ ਇਹ ਅੰਦੋਲਨ, ਮਤਲਬ 101 ਦਿਨ ਦੀ ਜਿਹੜੀ ਟਾਰਗੇਟ ਸੀ ਕਿ ਇੰਨਾ ਲੰਮਾ ਉਹ ਅੰਦੋਲਨ ਹੈ ਉਹਨੂੰ ਵੀ ਮਤਲਬ ਪਾਰ ਕਰ ਜਾਏਗਾ ਪੀਸਫੁਲ ਤਰੀਕੇ ਦੇ ਨਾਲ। ਇਸ ਲਈ ਇਹ ਬਹੁਤ ਕੁਝ ਨਵਾਂ ਲੈ ਕੇ ਆਇਆ ਅੰਦੋਲਨ, ਔਰ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਜਾ ਰਹੀਆਂ ਨੇ। ਬਾਕੀ 3 ਕਾਨੂੰਨ ਤੇ MSP ਦੀ ਖਰੀਦ ਦੀ ਗਰੰਟੀ ਦੇ ਕਾਨੂੰਨ ਤੱਕ ਸੀਮਤ ਇੱਕ ਅੰਦੋਲਨ ਹੈ, ਪਰ ਇਹਦਾ ਦਾਇਰਾ, ਇਹਦਾ ਪ੍ਰਭਾਵ ਹੋਰਾਂ ਗੱਲਾਂ ਤੇ ਹੋਰਾਂ ਪੱਖਾਂ ਦੇ ਉੱਤੇ ਵੀ ਪੈ ਰਿਹਾ, ਔਰ ਇਸ ਕਰਕੇ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਅੰਦੋਲਨ ਬਹੁਤ ਕੁਝ ਬਦਲੇਗਾ ਦੇਸ਼ ਦੀ ਅਰਥ ਵਿਵਸਥਾ, ਰਾਜਨੀਤੀ, ਸਮਾਜਿਕਤਾ, ਸੱਭਿਆਚਾਰ। ਔਰ ਗੌਰਮੈਂਟ ਨੂੰ ਵੀ ਚਾਹੀਦਾ ਹੈ ਕਿ ਕੇਵਲ ਅੱਖਾਂ ਮੀਚ ਕੇ ਕੰਮ ਨਹੀਂ ਚੱਲਦਾ ਹੁੰਦਾ, ਜਿੰਨੀ ਜਲਦੀ ਅੰਦੋਲਨ ਦੇ ਆਗੂਆਂ ਨਾਲ ਗੱਲਬਾਤ ਕਰਕੇ ਮੁੱਦੇ ਨੂੰ ਨਿਬੇੜਿਆ ਜਾਏ ਉਨਾ ਚਿਰ ਨਹੀਂ। ਐਂ ਲੱਗਦਾ ਹੁੰਦਾ ਵੀ ਦੇਸ਼ ਦੇ ਵਿੱਚ ਹੀ ਇੱਕ ਆਪਣੇ ਪੱਧਰ ਦੀ ਜੰਗ ਲੱਗੀ ਹੋਈ ਹੈ ਜਿਵੇਂ, ਤੇ ਇਹ ਜਿਹੜੀ ਅੰਦਰੂਨੀ ਡਿਸਟਰਬੈਂਸ ਉਸ ਪੱਧਰ ਤੇ ਹੁੰਦੀ ਹੈ, ਇਹ ਖਤਰਨਾਕ ਹੈ। ਹੌਲੀ ਹੌਲੀ ਬੇਚੈਨੀ ਬੜੇ ਵੱਡੇ ਪੱਧਰ ਤੇ ਵੱਧਦੀ ਹੈ, ਤੇ ਉਹਦੀਆਂ ਜਿਹੜੀਆਂ ਕੰਪਲੀਕੇਸ਼ਨ ਨੇ ਗੌਰਮੈਂਟਾਂ ਨੂੰ ਵੀ ਝੱਲਣੀਆਂ ਪੈਂਦੀਆਂ ਨੇ। ਸ਼ਾਇਦ ਇਹਨਾਂ ਅੰਦੋਲਨਾਂ ਦਾ ਰੋਲ ਵੀ ਹੈ, ਜਿੱਥੇ ਇੰਟਰਨੈਸ਼ਨਲ ਏਜੰਸੀਆਂ ਇਹ ਫਤਵੇ ਜਾਰੀ ਕਰ ਰਹੀਆਂ ਨੇ ਤੁਹਾਨੂੰ, ਜਿਹੜਾ ਤੁਸੀਂ ਬੇਮੁਖਤਾ ਪ੍ਰਗਟ ਕੀਤੀ ਹੈ ਆਪਣੇ ਲੋਕਾਂ ਦੇ ਨਾਲ। ਤੁਸੀਂ ਇਸ ਅੰਦੋਲਨ ਦੇ ਵਿੱਚ ਵੀ ਕਿੱਲ ਗੱਡੇ ਨੇ, ਤੁਸੀਂ ਅਥਰੂ ਗੈਸ ਦੇ ਗੋਲੇ ਆਪਣੀਆਂ ਸੜਕਾਂ ਪੱਟੀਆਂ ਨੇ ਤੇ ਬਾਕੀ ਚੀਜ਼ਾਂ ਕੀਤੀਆਂ ਨੇ। ਉਹਦੇ 'ਚ ਅਰਧ ਆਜ਼ਾਦੀ ਤੱਕ ਤੁਸੀਂ ਪਹੁੰਚੇ ਹੋ, ਆਜ਼ਾਦੀ ਤੋਂ ਚੱਲਦੇ ਚੱਲਦੇ, ਤੇ ਹੋਰ ਅੱਗੇ ਨਾ ਪਹੁੰਚ ਜੋ ਕਿ ਪੂਰੀ ਤਰ੍ਹਾਂ ਹੀ ਅਰਧ ਆਜ਼ਾਦੀ ਤੋਂ ਵੀ ਅੱਗੇ ਤਾਨਾਸ਼ਾਹੀ ਚੱਲਿਆ ਗਿਆ। ਉਹਦੇ ਤੋਂ ਬਚੋ ਤੇ ਗੱਲਬਾਤ ਕਰੋ, ਗੱਲਬਾਤ ਕਰਕੇ ਮੁੱਦਿਆਂ ਦਾ ਨਿਬੇੜਾ ਕਰੋ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।